ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੇ ਅਪਡੇਟ ਪਾਕਿਸਤਾਨ 'ਚ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲਟਨ ਮੰਡੇ ਟੂ ਫਰਾਈਡੇ ਜਿਹੜਾ ਹਫ਼ਤੇ 'ਚ 5 ਦਿਨ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ, ਉਹਦੇ 'ਚ ਅੱਜ ਵੀ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਔਰ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਤੇ ਵੇਖ ਵੀ ਸਕਦੇ ਜੇ। ਔਰ ਸਾਡੇ ਇਹਨਾਂ ਡਿਜੀਟਲ ਪਲੇਟਫਾਰਮਸ ਨੂੰ ਜੁਆਇਨ ਵੀ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਨੂੰ ਤਾਜ਼ਾ ਬਤਾਜ਼ਾ ਅਪਡੇਟਸ ਨੇ ਜਿਹੜੀਆਂ ਉਹ ਵੀ ਮਿਲਦੀਆਂ ਰਹਿਣ। ਔਰ ਪਾਕਿਸਤਾਨ ਦੇ ਨਾਲ ਜੁੜੀਆਂ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਨੇ ਖਬਰਾਂ ਲੈ ਇਮਰਾਨ ਖਾਨ ਦੇ ਨਾਲ ਬੈਰਿਸਟਰ ਸਫਦਰ ਦੀ ਜੇਲ੍ਹ 'ਚ 3 ਘੰਟੇ ਲੰਮੀ ਮੁਲਾਕਾਤ, ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਕੀ ਜਾਣਕਾਰੀ? ਅਸਲ ਦੇ ਵਿੱਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਕਿ ਨਾ ਤੇ ਹੁਕਮਰਾਨ ਸਾਨੂੰ ਇਮਰਾਨ ਖਾਨ ਤੱਕ ਜੇਲ੍ਹ 'ਚ ਪਹੁੰਚ ਦੇਣ ਦੇ ਨੇ, ਨਾ ਸਾਨੂੰ ਉਹਨਾਂ ਦੀ ਸਿਹਤ ਦੇ ਬਾਰੇ ਕੋਈ ਦੱਸ ਪਾਈ ਜਾ ਰਹੀ ਹੈ। 8 ਫਰਵਰੀ ਤੱਕ ਇਹਨਾਂ ਨੇ 18 ਫਰਵਰੀ ਤੱਕ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਤੇ ਪਾਬੰਦੀ ਲਾਤੀ ਹੈ। ਇਹ ਸਾਰੇ ਧੱਕੇ ਨੇ। ਅਦਾਲਤ ਇਹਦਾ ਨੋਟਿਸ ਲਵੇ ਔਰ ਜ਼ਿੰਮੇਦਾਰਾਂ ਨੂੰ ਇਹ ਹੁਕਮ ਦੇਵੇ ਕਿ ਸਾਨੂੰ ਇਮਰਾਨ ਖਾਨ ਤੱਕ ਪਹੁੰਚ ਦਿੱਤੀ ਜਾਏ। ਸਿਆਸੀ ਪੰਡਤ ਕਹਿੰਦੇ ਨੇ ਕਿ ਚਲਾਕੀ ਦਾ ਬਹੁਤ ਵੱਡਾ ਸਿੱਕਾ ਹੈ ਜਿਹੜਾ ਉਹ ਸੁਪਰੀਮ ਕੋਰਟ ਪਾਕਿਸਤਾਨ ਖੇਡ ਗਈ ਹੈ। ਇਮਰਾਨ ਖਾਨ ਦੇ ਜਿਹੜੇ ਵਕੀਲ ਨੇ ਉਹਨਾਂ ਨੂੰ ਨਹੀਂ ਆਖਿਆ, ਸਰਕਾਰ ਨੂੰ ਇਹ ਹੁਕਮ ਨਹੀਂ ਦਿੱਤਾ ਕਿ ਇਹਨਾਂ ਦੇ ਵਕੀਲ ਨੂੰ ਅੰਦਰ ਜਾਣ ਦੇਵੋ ਤੇ ਉਹ ਸਾਰਾ ਹੈ ਜਿਹੜਾ ਉਹ ਮਾਮਲਾ ਵੇਖੇ ਜਾ ਕੇ ਫਰੈਂਡਸ ਆਫ ਕੋਰਟ ਦੇ ਨਾਂ ਤੋਂ ਇੱਕ ਤੀਜੇ ਵਕੀਲ ਦੀ ਜਿਹੜੀ ਉਹ ਡਿਊਟੀ ਲਾਤੀ। ਸਲਮਾਨ ਸਫਦਰ ਉਹਨਾਂ ਦਾ ਨਾਂ ਹੈ। ਔਰ ਇਮਰਾਨ ਖਾਨ ਦੇ ਵਕੀਲ ਨੂੰ ਆਖਿਆ ਗਿਆ ਕਿ ਲੋ ਜੀ ਅਸੀਂ ਦੀ ਡਿਊਟੀ ਲਾਤੀ ਹੈ। 2 ਵਜੇ ਦਾ ਟਾਈਮ ਤੈਅ ਹੋਇਆ। 2 ਵਜੇ ਦਾ ਟਾਈਮ ਤੈਅ ਹੋਣ ਦਾ ਮਤਲਬ ਇਹ ਹੈ ਕਿ ਜੇਲ੍ਹ ਜ਼ਿੰਮੇਦਾਰਾਂ ਨੂੰ ਕਿਹਾ ਕਿ ਲੋ ਜਿਹੜੀ ਸਫਾਈ ਸੁਥਰਾਈ ਕਰਨੀ ਜੇ ਟਾਈਮੋ ਟਾਈਮ ਕਰ ਲਵੋ, ਇਸ ਬੰਦੇ ਨੇ ਰਿਪੋਰਟ ਲਾਣ ਆਣੀ ਜੇ। ਫਿਰ ਉਹ ਜੇਲ੍ਹ 'ਚ ਗਏ। ਜੇਲ੍ਹ 'ਚ 3 ਘੰਟੇ ਤੱਕ ਇਮਰਾਨ ਖਾਨ ਦੇ ਨਾਲ ਮੁਲਾਕਾਤ ਹੋਈ। ਜਿਵੇਂ ਸਲਮਾਨ ਸਫਦਰ ਉਹਨੇ ਬੈਰਿਸਟਰ ਸਲਮਾਨ ਸਫਦਰ ਬਾਹਰ ਆਏ, ਮੀਡੀਆ ਨੇ ਘੇਰ ਲਿਆ, ਪੁੱਛਿਆ। ਉਹਨਾਂ ਨੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਿ ਅੰਦਰ ਬਿਮਾਰ ਆ, ਸਿਹਤਮੰਦ ਹੈ, ਤੰਦਰੁਸਤ ਹੈ ਜਾਂ ਕਿਸ ਹਾਲਤ 'ਚ ਆ, ਜੇਲ੍ਹ ਦੇ ਹਾਲਾਤ ਕੀ ਨੇ, ਔਖਣਾ ਕੀ ਨੇ ਜਾਂ ਸੁੱਖ 'ਚ ਆ, ਸਭ ਕੁਝ ਪਰਫੈਕਟ ਹੈ, ਐਵੇਂ ਰੌਲਾ ਪੈ ਰਿਹਾ। ਉਹਨੇ ਆਖਿਆ ਜੀ ਮੈਂ ਇਹ ਰਿਪੋਰਟ ਬਣਾ ਕੇ ਸੁਪਰੀਮ ਕੋਰਟ 'ਚ ਜਮ੍ਹਾਂ ਕਰਾਵਾਂਗਾ, ਮੈਂ ਮੀਡੀਆ ਦੇ ਸਾਹਮਣੇ ਕੋਈ ਗੱਲ ਨਹੀਂ ਕਰ ਰਿਹਾ। ਔਰ ਸੁਪਰੀਮ ਕੋਰਟ ਦੇ ਵਿੱਚ ਇਹ ਰਿਪੋਰਟ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਦਾ ਦਿਨ ਜਦੋਂ ਪਾਕਿਸਤਾਨ 'ਚ ਚੜ੍ਹਿਆ ਹੈ, ਅਮਰੀਕਾ ਦੇ ਵਿੱਚ ਤੇ ਅੱਜ 10 ਫਰਵਰੀ ਸਾਲ 2026 ਦਾ ਦਿਨ ਡੁੱਬ ਗਿਆ ਹੈ। ਪਾਕਿਸਤਾਨ 'ਚ 11 ਫਰਵਰੀ 2026 ਚੜ੍ਹ ਚੁੱਕੀ ਹੈ। ਅੱਜ ਇਹ ਰਿਪੋਰਟ ਹੋਪਫੁਲੀ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਜਮ੍ਹਾਂ ਹੋ ਜਾਏਗੀ ਔਰ ਕੱਲ ਅਦਾਲਤ ਦੁਬਾਰਾ ਇਸ ਕੇਸ ਦੇ ਉੱਤੇ ਸੁਣਵਾਈ ਕਰੇਗੀ। ਯਾਦ ਰਵੇ ਕਿ ਮੰਗਲ ਦਾ ਦਿਨ ਹੈ ਨਾ ਜਿਹੜਾ, ਉਹ ਇਮਰਾਨ ਖਾਨ ਦੇ ਨਾਲ ਮੁਲਾਕਾਤ ਦਾ ਦਿਨ ਹੁੰਦਾ ਹੈ। ਉਹਨਾਂ ਦੀ ਸਿਆਸੀ ਪਾਰਟੀ ਦੇ ਲੋਕਾਂ ਦਾ, ਉਹਦੀਆਂ ਭੈਣਾਂ ਦਾ ਜੁਮੇਰਾਤ ਦਾ ਦਿਨ ਵੀ ਇਹ ਹੁੰਦਾ ਹੈ। ਸੋ ਕੱਲ ਉਹਨਾਂ ਦੀ ਮੁਲਾਕਾਤ ਨਹੀਂ ਕਰਾਈ ਗਈ। ਯਾਨੀ ਅਦਾਲਤੀ ਹੁਕਮ ਦੇ ਬਾਵਜੂਦ ਅਦਾਲਤ ਨੇ ਹੁਕਮ ਨਹੀਂ ਉਹ ਦਿੱਤਾ ਕਿ ਨਾ ਜੇਲ੍ਹ ਜ਼ਿੰਮੇਦਾਰਾਂ ਨੂੰ ਇਹ ਆਖਿਆ ਕਿ ਇਹਨਾਂ ਦੀ ਮੁਲਾਕਾਤ ਕਰਾਓ। ਸੋ ਇਨਸਾਫ ਕਿਹੜੇ ਪਾਸਿਓਂ? ਹੁਣ ਇਹ ਰਿਪੋਰਟ ਲੈ ਕੇ ਜਦੋਂ ਬਾਹਰ ਆਏ ਤੇ ਫਿਰ ਇੱਕ ਗੱਡੀ ਦੇ ਵਿੱਚ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਹੋਣੇ ਸਨ ਔਰ ਨਾਲ ਉਹਨਾਂ ਦੇ ਦੂਸਰੇ ਵਕੀਲ ਸਨ ਜਿਹੜੇ ਸਲਮਾਨ ਅਕਰਮ ਰਾਜਾ ਉਹ ਸਨ। ਇਹ ਸਲਮਾਨ ਸਫਦਰ ਹੋਣੇ ਨੇ ਜਿਹੜੇ ਇਹ ਗਏ ਗੱਡੀ 'ਚ ਜਾ ਕੇ, ਇਹਨਾਂ ਨੇ ਉਹਨਾਂ ਤੱਕ ਵੀ ਇਮਰਾਨ ਖਾਨ ਦੀ ਕਹਿੰਦੇ ਨੇ ਕਿ ਸਿਹਤ ਔਰ ਜੇਲ੍ਹ ਦੇ ਮਾਮਲੇ ਨੂੰ ਜਿਹੜੇ ਉਹਨਾਂ ਦੀ ਇਤਲਾਹ ਅਪੜਾਈ। ਹੋ ਸਕਦਾ ਕੋਈ ਇਮਰਾਨ ਖਾਨ ਦਾ ਮੈਸੇਜ ਹੋਵੇ ਜਿਹੜਾ ਉਹ ਵੀ ਦਿੱਤਾ ਹੋਵੇ। ਇਹਨਾਂ ਮੀਡੀਆ ਨੂੰ ਇਹਨਾਂ ਦੱਸਿਆ ਕਿ ਮੈਨੂੰ ਡਾਇਰੈਕਟ ਇਮਰਾਨ ਖਾਨ ਦੀ ਬਾਰਕ ਤੱਕ ਪਹੁੰਚ ਦਿੱਤੀ ਗਈ ਸੀ, ਯਾਨੀ ਜਿਹੜੀ ਕੋਠਰੀ ਦੇ ਵਿੱਚ ਉਹ ਬੰਦ ਆ ਉੱਥੇ ਤੱਕ ਮੇਰੀ ਪਹੁੰਚ ਸੀਗੀ। ਔਰ ਇਹ 3 ਘੰਟੇ ਲੰਮੀ ਮੁਲਾਕਾਤ ਜਿਹੜੀ ਇਹਦੇ 'ਚ ਬਹੁਤ ਕੁਛ ਆ। ਤਫਸੀਲ ਮੈਂ ਨਹੀਂ ਦੱਸ ਸਕਦਾ, ਰਿਪੋਰਟ ਮੈਂ ਅਦਾਲਤ ਜਮ੍ਹਾਂ ਕਰਾਵਾਂਗਾ। ਹੁਣ ਉਡੀਕ ਇਹ ਹੈ ਕਿ ਅਦਾਲਤ 'ਚ ਕੀ ਰਿਪੋਰਟ ਜਮ੍ਹਾਂ ਕਰਵਾਈ ਜਾਂਦੀ ਹੈ, ਉਹਦੇ 'ਚ ਕੀ ਲਿਖਿਆ ਜਾਂਦਾ ਆ, ਉਹਦੇ 'ਚ ਕੀ ਲਿਖਿਆ ਹੋਇਆ ਆ ਕੀ। ਅੱਛਾ, ਫਿਰ ਉਸ ਤੋਂ ਬਾਅਦ ਅਲੀਮਾ ਖਾਨ ਔਰ ਸਲਮਾਨ ਅਕਰਮ ਰਾਜਾ ਨੂੰ ਮੀਡੀਆ ਵਾਲਿਆਂ ਨੇ ਘੇਰ ਲਿਆ ਕਿ ਜੀ ਕੀ ਗੱਲਬਾਤ ਹੋਈ ਹੈ ਤੁਹਾਡੀ। ਗੱਲ ਇਹ ਹੈ ਕਿ ਉਹਨਾਂ ਨੇ ਵੀ ਕੋਈ ਗੱਲਬਾਤ ਕੀਤੀ ਨਹੀਂ ਕਿ ਸਲਮਾਨ ਸਫਦਰ ਹੋਣੇ ਕੀ ਕਹਿ ਕੇ ਗਏ ਨੇ, ਇਹ ਹੁਣ ਕੀ ਚੱਲ ਰਿਹਾ। ਇਹ ਤੇ ਕੱਲ ਅਦਾਲਤੀ ਕਾਰਵਾਈ ਹੈ ਜਿਹੜੀ, ਉਹਦੇ ਤੋਂ ਬਾਅਦ ਹੀ ਕੋਈ ਗੱਲ ਜੇ ਖੁੱਲ ਕੇ ਸਾਹਮਣੇ ਆਵੇ ਤੇ ਆਵੇ। ਬਹਰਹਾਲ ਇਹ ਇੱਕ ਨਾ ਹਰ ਬੰਦੇ ਦਾ ਹੁਣ ਤਵੱਜੋ ਇਧਰ ਹੈ ਕਿ ਕੀ ਹੋਇਆ, ਕਿੱਦਾਂ, ਕੀ ਹੈ, ਉਹ ਕੋਈ ਸ਼ੈ ਲੀਕ ਨਹੀਂ ਹੋ ਰਹੀ ਜੀ। पहिया जाम मुल्क गिर हड़ताल दी नाकामी तो बाद सुनिया है सीएम केपी के आर या पार वाला कोई बड़ा काम करन जा रहे ने। कंटेनर तैयार हो रहा है जिसका नाम है आजादी या मौत। की जानकारी? जानकारी ये है कि जी सुहेल आफरीदी होने ਜਿਹੜੇ ਕਿ ਸੀਐਮ ਕੇਪੀ ਕੇ ਸੂਬਾ ਨੇ
ਪਈਆ ਜਾਮ ਹੜਤਾਲ ਦੀ ਕਾਲ ਦੇ ਵਿੱਚ ਮੌਲਾਨਾ ਫਜ਼ਲੁਰ ਰਹਿਮਾਨ ਵੀ ਨਾਲ ਰਲ ਕੇ ਸਭ ਕੁਝ ਹੋ ਗਿਆ। ਸਾਰਿਆਂ ਨੂੰ ਪਤਾ ਹੈ ਕਿ ਲਾਹੌਰ 'ਚ ਮਰੀਮ ਨਵਾਜ਼ ਹੋਣਾ ਨੇ ਸਿਆਸੀ ਤੋੜ ਕਰਕੇ ਬਸੰਤ ਮਨਾ ਲਈ, ਖੈਬਰ ਪਖਤੂਨਖਵਾ ਦੇ ਵਿੱਚ ਵੇਖਣ ਨੂੰ ਲੱਭੀ। ਬਲੋਚਿਸਤਾਨ 'ਚ ਵੈਸੇ ਹੀ ਅੱਤਗਰਦੀ ਹੈ, ਉੱਥੇ ਲੋਕ ਡਰਦੇ ਬਾਹਰ ਨਹੀਂ ਨਿਕਲਦੇ, ਉਹਨੂੰ ਤੁਸੀਂ ਕਾਮਯਾਬ ਨਹੀਂ ਕਹਿੰਦੇ। ਪੰਜਾਬ ਔਰ ਸਿੰਧ ਦੇ ਵਿੱਚ ਇਹ ਪਈਆ ਜਾਮ ਹੜਤਾਲ ਨਾਕਾਮ ਹੋ ਗਈ। ਆਖਿਆ ਦੇ ਵੀ ਜਾਂਦਾ ਹੈ ਕਿ KPK ਸੂਬੇ 'ਚ ਵੀ ਕਿਤੇ ਕਿਤੇ ਨਾਕਾਮ ਹੋਈ। ਉਸ ਤੋਂ ਬਾਅਦ ਹੁਣ ਇਮਰਾਨ ਖਾਨ ਦੇ ਨਾਲ ਕੱਲ ਹੋਣ ਵਾਲੀ ਮੁਲਾਕਾਤ ਹੈ ਜਿਹੜੀ, ਇਹਦੇ 'ਚ ਕਿਸੇ ਸਨਾਹ ਦੀ ਉਡੀਕ ਕੀਤੀ ਜਾ ਰਹੀ ਸੀ। ਆਉਣ ਵਾਲੇ ਵਕਤ ਵਿੱਚ ਹੁਣ ਵੇਖੋ, ਇਹ ਹੁਣ ਸਪੈਸ਼ਲ ਕੰਟੇਨਰ ਹੈ ਜਿਹਦੇ ਬਾਰੇ ਸੁਹੇਲ ਆਫਰੀਦੀ ਹੋਣੇ ਨੇ ਜਿਹੜੇ ਉਹ ਗਏ ਪਿਸ਼ਾਵਰ ਗਏ। ਜਦੋਂ ਉਹ ਗਏ ਜਾ ਕੇ ਉਸ ਕੰਟੇਨਰ ਤੇ ਚੜੇ, ਉਹਨੂੰ ਅੰਦਰੋਂ ਮੁਆਇਨਾ ਸਾਰਾ ਕੀਤਾ, ਲੋਕ ਇਕੱਠੇ ਹੋ ਗਏ, ਪਤਾ ਲੱਗਾ ਇਹ ਕੰਟੇਨਰ ਤੇ ਤਿਆਰ ਹੋ ਰਿਹਾ ਆ ਇਸ ਤਰ੍ਹਾਂ ਅਗਲੇ ਧਰਨੇ ਵਾਸਤੇ ਜਾਂ ਅਗਲਾ ਜਿਹੜਾ ਜਲੂਸ ਕੱਢਣਾ ਹੈ ਜਾਂ ਜਲਸਾ ਕਰਨਾ ਹੈ ਜਾਂ ਜੋ ਵੀ ਹੈ ਉਹਦੇ ਵਾਸਤੇ। ਇਸ ਕੰਟੇਨਰ ਦੇ ਅੰਦਰ ਪ੍ਰਵੀਨ ਆਰਾਮ ਕਰਨ ਵਾਸਤੇ 4 ਕਮਰੇ, ਇੱਕ ਕਿਚਨ, 에ਅਰ ਕੰਡੀਸ਼ਨਡ ਇੱਕ ਕੰਟੇਨਰ ਆ। ਜਦੋਂ ਇਹ ਸਭ ਕੁਝ ਤਿਆਰ ਹੋਣ ਡਿਆ ਸੀਗਾ, ਦੌਰਾ ਕੀਤਾ ਸਾਈਟ ਤੇ ਜਾ ਕੇ ਕੰਟੇਨਰ ਨੂੰ ਵੇਖਿਆ, 40 ਫੁੱਟੀਆ ਇਹ ਕੰਟੇਨਰ ਆ। ਉਸ ਤੋਂ ਬਾਅਦ ਇੰਤਜ਼ਾਮੀਆ ਨੇ ਕੰਟੇਨਰ ਉੱਥੋਂ ਚੁੱਕ ਲਿਆ। ਯਾਨੀ ਹੁਣ ਇਹ ਏਜੰਸੀਆਂ ਦੀ ਨਜ਼ਰ ਦੇ ਵਿੱਚ ਵੀ ਆ ਗਿਆ ਮਾਮਲਾ, ਸਾਰੇ ਲਾਈਨ ਐਨਫੋਰਸਮੈਂਟ ਨੇ ਜਿਹੜੀਆਂ ਫੈਡਰਲ ਗਵਰਨਮੈਂਟ ਦੀਆਂ, ਉਹਨਾਂ ਦੀ ਨਜ਼ਰ ਦੇ ਵਿੱਚ ਵੀ ਆ ਗਿਆ। ਆਖਿਆ ਜਾ ਰਿਹਾ ਹੈ ਕਿ ਇਹ ਮਾਮਲਾ ਜਿਹੜਾ ਇਹ ਹੁਣ ਅੰਦਰ ਜਿਹੜੀ ਤਿਆਰੀ ਚੱਲ ਰਹੀ ਸੀ ਨਾ, ਹੁਣ ਪ੍ਰੋਬਲਮ ਇੱਥੇ ਇਹ ਬਣ ਰਹੀ ਹੈ ਕਿ ਅਮੀਨ ਗੰਡਾਪੁਰ ਹੋਣੇ ਨੇ ਜੇ ਜ਼ੋਰ ਤੇ ਉਹਨਾਂ ਨੇ ਵੀ ਲਾਇਆ, ਪਰ ਉਹਨਾਂ ਤੋਂ ਇਮਰਾਨ ਖਾਨ ਦੀਆਂ ਭੈਣਾਂ ਔਰ ਬਾਕੀ ਲੀਡਰ ਖੁਸ਼ ਨਹੀਂ ਸਨ ਹੈ। ਸੁਹੇਲ ਆਫਰੀਦੀ ਉਦੋਂ ਦਾ ਇਮਰਾਨ ਖਾਨ ਦੇ ਨਾਲ ਆ ਜਦੋਂ ਇਮਰਾਨ ਖਾਨ ਨੇ ਸਿਆਸਤ 'ਚ ਆਉਣ ਦਾ ਐਲਾਨ ਕੀਤਾ ਔਰ ਪਾਰਟੀ ਬਣਾਈ। ਇਹ ਪਹਿਲੇ ਦਿਨ ਤੋਂ ਇਮਰਾਨ ਖਾਨ ਦੀ ਪਾਰਟੀ ਵੱਲੋਂ ਸਭ ਤੋਂ ਪਹਿਲੇ ਜਿਹੜਾ ਬੰਦਾ ਕੌਂਸਲਰ ਬਣਿਆ ਸੀਗਾ ਇਹ ਸੁਹੇਲ ਆਫਰੀਦੀ ਹੈ। ਕੌਂਸਲਰ ਤੋਂ ਬਾਅਦ ਇਹ ਵੱਧਦਾ ਨਾਜ਼ਮ ਤਾਂ ਔਰ ਅੱਜ ਇਹ ਸੂਬਾ KPK ਦਾ CM ਹੈ। ਔਰ ਇਹਦੇ ਬਾਰੇ ਇਹ ਵੀ ਆਖਿਆ ਜਾਂਦਾ ਕਿ ਇਮਰਾਨ ਖਾਨ ਦੇ ਉਹਨਾਂ ਵਫਾਦਾਰਾਂ ਤੋਂ ਆ ਕਿ ਇਮਰਾਨ ਖਾਨ ਨੇ ਕਿਹਾ ਨਾ ਕਿ ਬਸ ਜਾਨ ਚਾਹੀਦੀ ਹੈ ਤੇ ਇਹਨੇ ਪਰਾਂ ਨਹੀਂ ਹੋਣਾ, ਇਹਨੇ ਮਰਨ ਮਰਾਉਣ ਤੱਕ ਕੱਪੜ ਜਾਣਾ। ਜਦੋਂ ਨਵੰਬਰ ਮਹੀਨੇ ਦੇ ਵਿੱਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਇਸ ਕੰਟੇਨਰ ਧਰਨੇ ਦੇ ਉੱਤੇ ਇਸਲਾਮਾਬਾਦ 'ਚ ਹੱਲਾ ਬੋਲਿਆ ਗਿਆ, ਲਾਸ਼ਾਂ ਡਿੱਗੀਆਂ ਔਰ ਅੱਜ ਵੀ ਗਵਰਨਮੈਂਟ ਧਮਕੀ ਦਿੰਦੀ ਕਿ ਪਹਿਲੇ ਨਾਲੋਂ ਮੰਦਾ ਹਾਲ ਕਰਾਂਗੇ ਔਰ ਬੁਰਾ ਕਰਾਂਗੇ। ਉੱਥੇ ਸੁਹੇਲ ਆਫਰੀਦੀ ਹੋਣੇ ਨੇ ਜਿਹੜੇ ਅਮੀਨ ਖਾਨ ਗੰਡਾਪੁਰ ਹੋਣੇ ਔਰ ਬੁਸ਼ਰਾ ਬੀਬੀ ਉੱਥੋਂ ਫਰਾਰ ਹੋਣ 'ਚ ਕਾਮਯਾਬ ਰਹੇ। ਲੋਕ ਕਹਿੰਦੇ ਨੇ ਕਿ ਏਜੰਸੀਆਂ ਨੇ ਮੌਕਾ ਦਿੱਤਾ ਫਰਾਰ ਹੋਣ ਦਾ, ਪਰ ਸੁਹੇਲ ਆਫਰੀਦੀ ਦੇ ਬਾਰੇ ਇਹ ਖਿਆਲ ਕੀਤਾ ਜਾ ਰਿਹਾ ਕਿ ਜੇ ਇਸਲਾਮਾਬਾਦ ਤੱਕ ਕੱਪੜ ਗਿਆ, ਇਹਨੇ ਧਰਨਾ ਦੇਤਾ ਤੇ ਇਹ ਮਰਨਾ ਕਬੂਲ ਕਰ ਲੇਗਾ, ਇਹ ਉੱਥੋਂ ਫਰਾਰ ਨਹੀਂ ਹੋਣ ਲੱਗਾ। ਤੇ ਦੂਸਰਾ ਇਹ ਹੈ ਕਿ ਇਹਨਾਂ ਦੀ ਪਾਰਟੀ ਦੇ ਜਿਹੜੇ ਹੋਰ ਲੋਕ ਨੇ ਉਹਨਾਂ ਨੇ ਵੀ ਇਹਦੇ ਤੇ ਗੱਲਬਾਤ ਕੀਤੀ ਹੈ ਕਿ ਜੇ ਬਿਲਕੁਲ ਇਹ ਕੰਟੇਨਰ ਆ ਜਿਹੜਾ ਇਹ ਤਿਆਰ ਆ। ਬਹਰਹਾਲ ਬੈਰਿਸਟਰ ਗੋਹਰ ਬਾਰੇ ਔਰ ਜਿਹੜੀ ਸੂਬੇ ਦੀ ਇਹਨਾਂ ਦੀ ਪਾਰਟੀ ਦੇ ਜ਼ਰਾ ਜ਼ਿੰਮੇਦਾਰ ਨੇ ਉਹ ਕਹਿ ਰਹੇ ਨੇ ਕਿ ਇਦਾਂ ਨਾ ਕਰੋ। ਇਹ ਆਪਸ ਦੇ ਵਿੱਚ ਇਹਨਾਂ ਦੀ ਫੋਟਾ ਜਿਹੜੀ ਉਹ ਚੱਲ ਰਹੀ ਹੈ, ਪਰ ਆਖਿਆ ਜਾ ਰਿਹਾ ਹੈ ਕਿ ਕਿਸੇ ਵੇਲੇ ਵੀ ਇਸ ਕੰਟੇਨਰ ਤੇ ਚੜ ਕੇ ਇਹਦੇ ਉੱਤੇ ਲਿਖਿਆ ਹੋਇਆ ਆਜ਼ਾਦੀ ਜਾਂ ਮੌਤ, ਇਹ ਕੰਟੇਨਰ ਰਾਹ ਪੈ ਸਕਦਾ ਹੈ ਔਰ ਉਸ ਤੋਂ ਬਾਅਦ ਕੋਈ ਵੱਡੇ ਇਰਾਦੇ ਨੇ ਜਿਹੜੇ ਉਹ ਲੱਗ ਰਹੇ ਨੇ ਇਹਨਾਂ ਦੇ। ਜੀ, ਸਿੰਧ ਸਮਝੌਤੇ ਤੇ ਪਾਕਿਸਤਾਨੀ ਅਰਜ਼ੀ ਉੱਤੇ ਆਲਮੀ ਸਾਲਸੀ ਅਦਾਲਤ ਨੇ ਦੂਜਾ ਰਾਉਂਡ ਪੂਰਾ ਕਰ ਲਿਆ ਹੈ। ਕੀ ਜਾਣਕਾਰੀ ਹੈ ਤੁਹਾਡੇ ਕੋਲ? ਜਾਣਕਾਰੀ ਇਹ ਕਿ ਜੀ ਦੂਜਾ ਰਾਉਂਡ ਬਿਲਕੁਲ ਪੂਰਾ ਹੋ ਗਿਆ ਔਰ ਭਾਰਤ ਨੇ ਐਰਕੀ ਵੀ ਨਾ ਤੇ ਇੱਥੇ ਪੇਸ਼ੀ ਭੁਗਤੀ ਹੈ, ਨਾ ਸਾਂਝ ਪਾਈ ਹੈ ਤੇ ਨਾ ਇਸ ਕਾਰਵਾਈ ਨੂੰ ਮੰਨੇਗਾ ਜਿੱਦਾਂ ਉਹਨੇ ਪਹਿਲੀ ਕਾਰਵਾਈ ਨੂੰ ਨਹੀਂ ਮੰਨਿਆ। ਦੂਜਾ ਰਾਉਂਡ ਪੂਰਾ ਹੋ ਗਿਆ। ਐਰਕੀ ਪ੍ਰਧਾਨਗੀ ਹੈ ਜਿਹੜੀ ਅਮਰੀਕਾ ਦੇ ਪ੍ਰੋਫੈਸਰ ਸੈਂਡੀ ਮਰਫੀ ਹੋਣੇ ਨੇ ਜਿਹੜੇ ਉਹ ਕਰ ਰਹੇ ਨੇ, ਜਦਕਿ ਪਾਕਿਸਤਾਨ ਵੱਲੋਂ ਇਹ ਜੀ ਆਰਟੀਕਲ 1X ਦਾ ਜ਼ਮੀਮਾ G ਹੈ ਜਿਹੜਾ ਉਹਦੇ ਤਹਿਤ ਕਾਰਵਾਈ ਹੈ। ਪਾਕਿਸਤਾਨ ਦੀ ਸ਼ਿਕਾਇਤ ਹੈ ਕਿ ਦਰਿਆਵਾਂ ਦੇ ਪਾਣੀ ਉੱਤੇ ਮੇਰਾ ਜਿਹੜਾ ਹੱਕ ਹੈ, ਜਿਹਨੂੰ ਪੂਰੇ ਆਲਮੀ ਲੋਕਾਂ ਨੇ ਔਰ ਵਰਲਡ ਬੈਂਕ ਨੇ ਇਹਦੀ ਜ਼ਮਾਨਤ ਦਿੱਤੀ ਹੈ, ਉਹ ਭਾਰਤ ਕਿਦਾਂ ਆਪੇ ਉਸ ਸਮਝੌਤੇ ਨੂੰ ਤੋੜ ਸਕਦਾ ਹੈ। ਸੋ ਇਹ ਮਾਮਲਾ ਚੱਲਣ ਡਿਆ, ਭਾਰਤ ਇਸ ਚੀਜ਼ ਨੂੰ ਹੁਣ ਮੰਨਣ ਨਹੀਂ ਗਿਆ। ਪਾਕਿਸਤਾਨ ਵੱਲੋਂ ਅਟਾਰਨੀ ਜਨਰਲ ਮਨਸੂਰ ਉਸਮਾਨ, ਸੈयद ਮੁਹੰਮਦ ਮਹਿਰ ਅਲੀ ਸ਼ਾਹ ਔਰ ਪਾਕਿਸਤਾਨੀ ਕਮਿਸ਼ਨਰ ਬਰਾਏ ਸਿੰਧ ਸਮਝੌਤਾ ਸैयद हैदर शाह, ਨੈਦਰਲੈਂਡ ਦੇ ਵਿੱਚ ਪਾਕਿਸਤਾਨੀ ਐਮਬੈਸਡਰ ਜਮਾਲ ਨਾਸਰ ਹੋਣੇ ਨੇ ਜਿਹੜੇ ਉਹਨਾਂ ਨੇ ਸਾਂਝ ਪਾਈ। ਔਰ ਪਾਕਿਸਤਾਨ ਵੱਲੋਂ ਜਿਹੜੇ ਇੰਟਰਨੈਸ਼ਨਲ ਵਕੀਲ ਨੇ ਉਹਨਾਂ ਚ ਸਰ ਡੈਨੀਅਲ ਬੈਥਲੀਮ, प्रोफेसर फिलिपा वेब, डॉक्टर कैमरोन माइल्स, मिस शार्लोट वेस्ट ब्रॉक, अब्दुल्ला तारक, पीटर जेरे और डॉक्टर गरगेवी एल मॉरिस होने ने ਜਿਹੜੇ ਇਹ ਸਨ। ਜਦਕਿ ਭਾਰਤ ਨੂੰ ਇਹਦੇ 'ਚ ਆਉਣ ਦਾ ਸੱਦਾ ਵੀ ਦਿੱਤਾ ਗਿਆ। ਇਸ ਆਲਮੀ ਸਾਲਸੀ ਅਦਾਲਤ ਵੱਲੋਂ ਭਾਰਤ ਨੇ ਨਾ ਤੇ ਇਹਦੇ 'ਚ ਸਾਂਝ ਪਾਈ ਹੈ, ਨਾ ਉਹ ਸਾਲਸੀ ਅਦਾਲਤ ਦੇ ਰੂਬਰੂ ਪੇਸ਼ ਹੋਇਆ ਆ। ਹੁਣ ਪ੍ਰੋਫੈਸਰ ਸੈਂਡੀ ਮਰਫੀ ਹੋਣੇ ਨੇ ਜਿਹੜੇ ਉਹਨਾਂ ਦੇ ਨਾਲ ਬਾਕੀ ਜਿਹੜੇ ਇਹਦੇ ਮੈਂਬਰ ਨੇ ਇਸ ਕਹਿ ਲਵੋ ਕਿ ਬੈਂਚ ਦੇ, ਉਹਨਾਂ ਚ ਬੈਲਜੀਅਮ ਦੇ ਪ੍ਰੋਫੈਸਰ ਵਾਟਰ ਬਾਈ ਟ੍ਰੇਅਰ ਨੇ, ਅਮਰੀਕਾ ਦੇ ਪ੍ਰੋਫੈਸਰ ਜੈਫਰੀ ਪੀ ਮਾਈਨਸ ਨੇ, ਉਰਦਨ ਦੇ ਜੱਜ ਓਨ ਸ਼ੌਕਤ ਅਲ ਖਸਾਬਾ ਨੇ, ਆਸਟ੍ਰੇਲੀਆ ਦੇ ਡਾਕਟਰ ਡੋਨਲਡ ਬਲੈਕਮੋਰ ਨੇ। ਇਹ ਉਹ ਨੇ ਇਸ ਸੈਕਟਰੀਏਟ ਦੇ ਤੌਰ ਤੇ PAC ਕਾਰਵਾਈ ਹੈ ਜਿਹੜੀ ਉਹਦੇ ਤੌਰ ਤੇ ਇਹਨੂੰ ਵੇਖ ਰਹੇ ਨੇ। ਹੁਣ ਇਹ ਫੈਸਲਾ ਕਦੋਂ ਸੁਣਾਇਆ ਜਾਂਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਡੀਕ ਰਹੇਗੀ ਜੀ। ਮਰੀਮ ਨਵਾਜ਼ ਹੋਰਾਂ ਦਾ ਬਲੋਚਿਸਤਾਨ ਫੇਰਾ, ਪੰਜਾਬ ਦੇ ਹਿੱਸੇ 'ਚ 10 ਅਰਬ ਰੁਪਇਆ ਦੇਣ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਤੇ ਆਖਿਆ ਜਾ ਰਿਹਾ ਹੈ ਕਿ ਪੰਜਾਬ ਵਾਸਤੇ ਸ਼ੁਰੂ ਕੀਤੇ ਗਏ ਮਨਸੂਬਿਆਂ 'ਚ ਇੱਕ ਮਨਸੂਬਾ ਵੀ 10 ਅਰਬ ਦਾ ਨਹੀਂ ਸੀ। ਮੈਨੂੰ ਤਾਂ ਸਖਤ ਤਕਲੀਫ ਹੋਈ ਹੈ ਕਿ ਹੱਕ ਪੰਜਾਬ ਦਾ, ਪੰਜਾਬੀਆਂ ਦਾ, ਪੰਜਾਬੀਅਤ ਦਾ, ਠੀਕ ਹੈ ਨਾ, ਇਹ ਗੱਲਾਂ ਬਾਤਾਂ ਤੱਕ ਹੀ ਰਹਿ ਗਿਆ।
ਸਿੰਧ ਨੇ ਤਾਂ ਕੁਰਬਾਨੀ ਨਹੀਂ ਦਿੱਤੀ, KPK ਨੇ ਤਾਂ ਨਹੀਂ ਦਿੱਤੀ। KPK ਸਰਕਾਰ ਬਲੋਚਿਸਤਾਨ 'ਚ ਇਸ ਵੇਲੇ ਪੂਰੀ ਫੈਡਰਲ ਸਰਕਾਰ ਦੀ ਮੁਖਾਲਫ ਬਣ ਕੇ ਖੜੀ ਹੈ ਨਾ। ਆਨਾ ਇੱਕ ਨਹੀਂ ਉਹਨਾਂ ਨੇ ਦਿੱਤਾ ਆਪਣੇ ਵਸੀਲਿਆਂ ਚੋਂ। ਇਹ ਕੁਰਬਾਨੀ ਤਾਂ ਬੱਕਰਾ ਹਰ ਵਾਰੀ ਪੰਜਾਬ ਨੇ ਬਣਨਾ ਹੁੰਦਾ ਹੈ। ਲਾਸ਼ਾਂ ਵੀ ਸਾਡੀਆਂ ਉੱਥੋਂ ਆਉਣ, ਬੱਸਾਂ ਤੋਂ ਸ਼ਨਾਖਤੀ ਕਾਰਡ ਚੈੱਕ ਕਰਕੇ ਕਤਲ ਵੀ ਪੰਜਾਬੀ ਕੀਤੇ ਜਾਣ, ਉਸ ਤੋਂ ਬਾਅਦ ਉਹਨਾਂ ਦੇ ਪੰਜਾਬੀਆਂ ਦੇ ਕਤਲ ਦੇ ਉੱਤੇ ਇਸੇ CM ਦੇ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਨਾ ਨਿਕਲੇ ਕਿ ਇਹ ਵੀ ਮਾਵਾਂ ਦੇ ਬੱਚੇ ਸਨ। ਜਿਹੜੀ ਸੂਬਾ ਸਰਕਾਰ ਆ ਇਹਦੇ ਤੇ ਕਾਰਵਾਈ ਕਰੇ, ਫੈਡਰਲ ਸਰਕਾਰ ਆ ਜਿਹੜੀ ਉਹ ਕਰੇ। ਕਿਤੇ ਨਿੰਦਿਆ ਦਾ ਕੋਈ ਲਫ਼ਜ਼ ਆ ਜਿਹੜਾ ਉਹ ਬੋਲਿਆ ਗਿਆ? ਏਦਾਂ ਲੱਗਦਾ ਕਿ ਜਿੱਦਾਂ ਅਤਗਰਦਾਂ ਤੋਂ ਇਹਨਾਂ ਦੀਆਂ ਲੱਤਾਂ ਕੰਬਦੀਆਂ ਉਹਨਾਂ ਦਾ ਨਾਂ ਲੈਂਦੇ ਆ ਕਿ ਏਦਾਂ। ਇਹ ਜੀ ਕੌਮੀ ਵਕਾਰ ਜਿਹੜਾ ਉਹਨੂੰ ਰੱਖੋ। ਇਹ ਨਾ ਕਹੋ ਕਿ ਪੰਜਾਬੀ ਮਾਰੇ, ਹੋਰ ਬਲੋਚੀ ਮਾਰੇ ਉਹਨਾਂ ਨੇ ਮਾਰੇ ਸਿੰਧੀ ਮਾਰੇ, ਉਹਨਾਂ ਨੇ ਪਸ਼ਤੂਨ ਜਾਂ ਪਠਾਨ ਮਾਰੇ, ਉਹਨਾਂ ਗਿਲਗਿਤ ਬਲਤਿਸਤਾਨ ਦੇ ਲੋਕ ਮਾਰੇ, ਪਾਕਿਸਤਾਨੀ ਕਬਜ਼ੇ 'ਚ ਆਏ ਕਸ਼ਮੀਰ ਦੇ ਜਾਂ ਕਿਸੇ ਹੋਰ ਸੂਬੇ। ਮੈਂ ਨਹੀਂ ਇਹਨਾਂ ਕਿਤਿਆਂ ਦੇ ਨਾਲ ਲੈਣਾ ਚਾਹੁੰਦਾ ਸਾਂ। ਜਦੋਂ ਮਾਰੇ ਗਏ ਸ਼ਨਾਖਤ ਕਰਕੇ ਪੰਜਾਬੀ ਮਾਰੇ ਗਏ, ਪੰਜਾਬੀਆਂ ਦੀ ਬੁਰਕੀ ਖੋ ਕੇ ਇਕੱਠਾ ਕੀਤਾ ਟੈਕਸ ਆ ਜਿਹੜਾ, ਉਹਦੇ 'ਚ 10 ਅਰਬ ਰੁਪਈਆ ਵੀ ਤੁਸੀਂ ਉਹਨਾਂ ਨੂੰ ਦੇ ਕੇ ਆਉਂਦੇ ਜੇ ਕਿ ਸ਼ਾਵਾ ਸ਼ਾਵਾ ਬੱਲੇ ਬੱਲੇ ਲਾਈ ਆਓ ਬੱਸਾਂ ਤੋਂ ਗੱਡੀਆਂ ਤੋਂ ਤੇ ਮਾਰੀ ਆਓ। ਕਿਤੇ ਕੋਈ ਚਲੋ ਦੇਤਾ। ਇਹ ਹਰ ਵਾਰੀ ਕੁਰਬਾਨੀਆਂ ਪੰਜਾਬ ਹੀ ਕਿਉਂ ਦਿੰਦਾ ਬਈ ਮਾਲੀ ਵਸੀਲਿਆਂ ਦੀ? ਫਿਰ ਪੰਜਾਬ ਬੁਰੇ ਦਾ ਬੁਰਾ, ਪੰਜਾਬ ਖਾ ਗਿਆ, ਪੰਜਾਬ ਲੂਟ ਗਿਆ, ਪੰਜਾਬ ਨੇ ਜੇ ਤਖਤੇ ਲਾਹੌਰ। ਕਿਹੜੇ ਇਹ ਜਿਹੜੇ ਜ਼ਹਿਰ ਭਰੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਹੀ ਪੰਜਾਬੀਆਂ ਨੂੰ ਸਹਿਣੀਆਂ ਪੈਂਦੀਆਂ। ਇਹ ਆ ਕੇ ਹਮਾਰਾ ਵਸੀਲਾ ਖਾ ਰਹਾ ਹੈ। ਉਹ ਤੁਹਾਡੇ ਕੋਲ ਉੱਥੇ ਗਾਰੇ ਜੋਗੀ ਮਿੱਟੀ ਤੇ ਕਿਸੇ ਪਹਾੜ ਚੋਂ ਨਿਕਲਣ ਨਹੀਂ ਡਈ, ਪਤਲੀ ਧਰਤੀ ਹੈ। ਕਿਹੜਾ ਹੱਕ ਤੁਹਾਡਾ ਜਿਹੜਾ ਖਾ ਗਏ? ਆਪ ਤੁਸੀਂ ਸਾਰੇ ਅਤਗਰਦ ਬਣਨ ਡੇ ਜੇ, ਮਜ਼ਦੂਰੀ ਕਰਨ ਲਈ ਇੱਥੋਂ ਜਾਣ ਡੇ ਨੇ ਤੇ ਉਹਨਾਂ ਨੂੰ ਮਜ਼ਦੂਰੀ ਕਰਨ ਦਾ ਵੀ ਹੱਕ ਨਹੀਂ ਜੇ ਤੁਸੀਂ ਦੇਣ ਡੇ। ਆਪ ਆ ਕੇ ਤੁਸੀਂ ਪੂਰੇ ਪੰਜਾਬ 'ਚ ਬੜਾ ਮਾਰਕੀਟਾਂ ਨੇ ਜਿਹੜੀਆਂ ਉਹ ਖੋਲੀਆਂ। ਕਦੀ ਗੱਲ ਕੀਤੀ CM ਸਾਹਿਬਾਂ ਨੇ ਇਸ ਮਾਮਲੇ ਦੇ ਉੱਤੇ ਕਿ ਤੁਹਾਡੇ ਉੱਥੇ ਕਾਰੋਬਾਰਾਂ ਦੀਆਂ ਜਿੰਨੀਆਂ ਆਜ਼ਾਦੀਆਂ ਨੇ ਉਹ ਮਾਮਲੇ ਜੇ ਇੱਥੇ ਹੋ ਗਏ, ਪੰਜਾਬੀ ਭਿਫੜ ਗਏ ਔਰ ਇਹਨਾਂ ਦੇ ਕਾਰੋਬਾਰਾਂ ਦੇ ਉੱਤੇ ਹਮਲੇ ਹੋ ਗਏ, ਫਿਰ ਕੀ ਬਣੇਗਾ? ਪੰਜਾਬੀਆਂ ਨੂੰ ਉੱਥੇ ਮਜ਼ਦੂਰੀ ਕਰਨ ਦੀ ਇਜਾਜ਼ਤ ਨਹੀਂ। ਇੱਥੇ ਆ ਕੇ ਪੰਜਾਬੀਆਂ ਨੂੰ ਆਪਣਾ ਸਮਗਲ ਹੋਇਆ ਸਮਾਨ ਆ ਜਿਹੜਾ ਉਹ ਵੇਚਣ ਦੇ ਨੇ। ਸੋ ਮੈਂ ਤੇ ਬੜਾ ਦੁੱਖ ਦੇ ਵਿੱਚ ਆ ਕਿ ਇਹ ਪੰਜਾਬ ਦੇ ਫੱਟਾਂ ਦੇ ਉੱਤੇ ਮਰਮ ਨਹੀਂ, ਉਹਨਾਂ ਫੱਟਾਂ ਨੂੰ, ਉਹਨਾਂ ਕਰਿੰਡਾਂ ਨੂੰ ਹੋਰ ਛਿੱਲ ਕੇ ਆਈਆਂ ਨੇ ਜੀ। ਇਨਸਾਨੀ ਪੱਧਰ ਲਈ ਬਣਾਈ ਗਈ ਨੈਸ਼ਨਲ ਅਸੈਂਬਲੀ ਦੀ ਕਮੇਟੀ ਨੇ ਆਪਣੀ ਰਿਪੋਰਟ 'ਚ ਨਿੱਕੀ ਉਮਰ 'ਚ ਵਿਆਹ ਦੇ ਬਿੱਲ ਦੀ ਮੁਖਾਲਫਤ ਕਰ ਦਿੱਤੀ। ਅਸਲ ਦੇ ਵਿੱਚ ਜੀ ਇਹ ਸ਼ਹਿਰ ਕਾਮਰਾਨ ਜਿਹੜੀਆਂ ਹੁਕਮਰਾਨ ਜਮਾਤ ਦੀਆਂ ਮੁਸਲਿਮ ਲੀਗ ਨੂਨ ਦੇ ਨਾਲ ਜਿਨ੍ਹਾਂ ਦਾ ਤਾਲੁਕ ਆ, ਉਹਨਾਂ ਨੇ ਨਿੱਕੀ ਉਮਰ ਦੇ ਵਿੱਚ ਵਿਆਹ ਦਾ ਜਿਹੜਾ ਚਾਈਲਡ ਮੈਰਿਜ ਬਿੱਲ ਹੈ ਉਹ ਪੇਸ਼ ਕੀਤਾ। ਉਹਦੇ ਤੇ ਬਹਿਸ ਮੁਬਾਹਿਸਾ ਸ਼ੁਰੂ ਹੋ ਗਿਆ। ਹੁਣ ਜਿਹੜੀ ਧਾਰਮਿਕ ਸਿਆਸੀ ਜਮਾਤਾਂ ਨੇ ਉਹ ਧਾਰਮਿਕ ਤੌਰ ਤੇ ਕਹਿੰਦੀਆਂ ਨੇ ਕਿ 16 ਸਾਲ ਤੋਂ ਨਿੱਕੀ ਉਮਰ ਦੀ ਕੁੜੀ ਜਾਂ ਮੁੰਡੇ ਦਾ ਵਿਆਹ ਹੈ ਜਿਹੜਾ, ਇਹਦੇ ਉੱਤੇ ਤੁਸੀਂ ਕਾਨੂੰਨ ਨਹੀਂ ਬਣਾ ਸਕਦੇ। ਬਕੌਲ ਉਹਨਾਂ ਦੇ ਧਰਮ ਇਜਾਜ਼ਤ ਦਿੰਦਾ ਆ। ਇਨਸਾਨੀ ਸਿਹਤ ਕੀ ਹੈ, ਸਾਇੰਸ ਕੀ, ਉਹ ਕਹਿੰਦੇ ਅਸੀਂ ਇਹਨਾਂ ਦਲੀਲਾਂ ਨੂੰ ਮੰਨਦੇ ਹੀ ਨਹੀਂ, ਰੱਦ ਕਰਨੇ ਇਹਨਾਂ ਦਲੀਲਾਂ ਨੂੰ। ਜਦ ਕਿ ਧਰਮ ਜੇ ਗੁੰਜਾਇਸ਼ ਦਿੰਦਾ ਵੀ ਹੈ ਤੇ ਚਲੋ 18 ਸਾਲ ਦੀ ਉਮਰ 'ਚ ਜਾ ਕੇ ਜਿਸਮਾਨੀ ਤੌਰ ਤੇ, ਸਿਹਤ ਦੇ ਤੌਰ ਤੇ, ਜ਼ਿਹਨੀ ਤੌਰ ਤੇ ਬੰਦਾ ਮੈਚੁਰ ਹੀ ਹੁੰਦਾ ਹੈ ਨਾ। ਮੌਲਾਨਾ ਫਜ਼ਲੁਰ ਰਹਿਮਾਨ ਜਿਹੜੇ ਕਿ ਜਮੀਅਤ ਉਲਮਾ ਇਸਲਾਮ ਫੇ ਦੇ ਪ੍ਰਧਾਨ ਨੇ, ਜਦੋਂ ਬਿੱਲ ਪੇਸ਼ ਹੋਇਆ ਉਹਨਾਂ ਨੇ ਪਾਰਲੀਮੈਂਟ 'ਚ ਲਲਕਾਰਦਿਆਂ ਆਖਿਆ ਕਿ ਮੈਂ 16 ਸਾਲ ਤੋਂ ਘੱਟ ਉਮਰ ਦੇ ਕੁੜੀਆਂ ਔਰ ਮੁੰਡਿਆਂ ਦੇ ਵਿਆਹ ਕਰਾਵਾਂਗਾ ਤੇ ਮੈਂ ਵੇਖਾਂਗਾ ਮੈਨੂੰ ਰੋਕਦਾ ਕਿਉਂ। ਯਾਨੀ ਪੂਰੇ ਪਾਰਲੀਮੈਂਟ ਨੂੰ ਉਹਨਾਂ ਨੇ ਲਲਕਾਰਿਆ ਹੈ। ਆਹੀ ਹੈ ਜੀ ਇਹ ਗੈਰ ਸ਼ਰਈ ਕਾਨੂੰਨ, ਅਸੂਲ, ਦਸਤੂਰ ਹੈ ਜਿਹੜਾ ਉਹ ਨਹੀਂ ਬਣਾਉਣ ਦਾਂਗੇ। ਹੁਣ ਇਨਸਾਨੀ ਹੱਕਾਂ ਦੀ ਪੱਧਰ ਦੇ ਵਾਸਤੇ ਕੰਮ ਕਰਨ ਵਾਲੀ ਜਿਹੜੀ ਕਾਇਮਾ ਕਮੇਟੀ ਹੈ ਉਹਨਾਂ ਆਖਿਆ ਕਿ ਜੀ ਚਾਈਲਡ ਮੈਰਿਜ ਦਾ ਜਿਹੜਾ ਇਹ ਬਿੱਲ ਹੈ ਇਹਦੇ ਉੱਤੇ ਕਾਰਵਾਈ ਨੂੰ ਰੋਕ ਦਿੱਤਾ ਜਾਏ। ਇਹਦਾ ਮਤਲਬ ਮੈਂ ਮਾਫੀ ਚਾਹਾਂਗਾ ਕੋੜਾ ਜਿਹਾ ਲਫ਼ਜ਼ ਆ ਕਿ ਮੁੱਲਾਂਗਰਦੀ ਫਿਰ ਜਿੱਤਦੀ ਨਜ਼ਰ ਆਉਣ ਰਹੀ ਹੈ। ਤੇ ਜੇ ਇਹਨੂੰ ਲਾਗੂ ਕਰਨ ਵਾਲੇ ਪਾਸੇ ਬਾਕੀ ਸਾਰੇ ਮਾਮਲੇ ਨੇ ਤੇ ਵੇਖੋ ਆਉਣ ਵਾਲੇ ਵਕਤ ਵਿੱਚ ਕੀ ਕਹਿੰਦੇ ਨੇ। ਮੈਨੂੰ ਇਨਸਾਨੀ ਪੱਧਰ ਵਾਸਤੇ ਕੰਮ ਕਰਨ ਵਾਲੀ ਇਹ ਸਿਫਾਰਿਸ਼ਾਂ ਦੇ ਵਿੱਚ ਇਹ ਕਹਿਣਾ ਚਾਹੀਦਾ ਸੀਗਾ। ਇਹ ਹੁਣ ਜਿਹੜੀ ਵਿਚਕਾਰਲੀ ਜੀ ਬੜੀ ਮੁਖਤਸਰ ਹੈ ਰਿਪੋਰਟ ਸਾਹਮਣੇ ਨਿਕਲੀ, ਖਬਰ ਵੀ ਪੂਰੀ ਨਹੀਂ ਦੇ ਰਹੇ। ਜਾਂ ਤੇ ਇਹ ਆਖਿਆ ਕਿ ਨਹੀਂ ਜੀ ਇਹਦੇ ਤੇ ਇਹਨਾਂ ਧਾਰਮਿਕ ਆਲਮਾਂ ਨੂੰ ਰਾਜ਼ੀ ਕਰੋ, ਚਲੋ ਆਸ ਉਮੀਦ ਸੀਗੀ। ਇਹ ਐਸੀ ਖੁੱਡੇ ਲਾਈਨ ਲਾਈ ਹੈ ਕਿ ਇਹਦੇ ਤੇ ਕਾਰਵਾਈ ਰੋਕ ਦੇਵੋ। ਕਿਉਂ ਕਾਰਵਾਈ ਰੋਕ ਦੇਵੋ? ਇਹ ਆਪਣੇ ਧੀ ਪੁੱਤ ਨੇ ਜਿਹੜੇ ਕਿ ਉਹਨਾਂ ਦੀ ਉਮਰ ਇੰਨੀ ਨਹੀਂ ਹੋਣ ਡਈ। ਥੋੜਾ ਜਿਹਾ ਉਹਨਾਂ ਨੂੰ ਸਾਹਮਣੇ ਬਿਠਾ ਕੇ ਤੁਸੀਂ ਜਰਾ ਸੋਚੋ ਕਿ ਕੀ ਮਾਮਲੇ ਬਣਦੇ ਨੇ। ਆਮ ਬੰਦਾ ਜਿਹੜਾ ਬੈਕਵਰਡ ਏਰੀਆਜ਼ ਨੇ ਜਿਹੜੇ ਜੰਮਦਿਆਂ ਦੇ ਨਿਆਣਿਆਂ ਦੇ ਜਿਹੜੇ ਉੱਥੇ ਉਹਨਾਂ ਨੂੰ ਮੰਗ ਦਿੰਦੇ ਨੇ। ਸਿਆਣੇ ਜਦੋਂ ਹੁੰਦੇ ਨੇ ਉਦੋਂ ਪਤਾ ਲੱਗਦਾ ਹੈ ਕਿ ਜਿਹਦੇ ਨਾਲ ਮੰਗੀ ਹੈ ਉਹ ਨਸ਼ਈ ਹੈ, ਜਾਂ ਜਿਹੜਾ ਜਿਹਦੇ ਨਾਲ ਮੰਗਿਆ ਆ ਉਹ ਤੇ ਅੱਗੋਂ ਕੋਈ ਬਿਮਾਰੀ ਦਾ ਸ਼ਿਕਾਰ ਹੈ ਜਾਂ ਕੋਈ ਇਹੋ ਜਿਹਾ, ਜਾਂ ਮੈਂ ਨਹੀਂ ਕਿਸੇ ਦੇ ਕਿਰਦਾਰ ਬਾਰੇ ਗੱਲ ਕਰਨਾ ਚਾਹਦਾ, ਹੋ ਜਾਂਦੇ ਨੇ ਮਾਮਲੇ। ਇਹ ਸ਼ੁਰੂ ਦੇ ਵਿੱਚ ਤੁਸੀਂ ਗੰਢਾ ਮਾਰ ਕੇ ਪੀਚ ਕੇ ਕਿਉਂ ਮਜਬੂਰ ਕਰਦੇ ਜੇ? ਇਹ ਤੇ ਸ਼ਖਸੀ ਆਜ਼ਾਦੀ ਖੋਣ ਦੇ ਬਰਾਬਰ ਆ। ਹੁਣ ਪਾਰਲੀਮੈਂਟ 'ਚ ਜਿਹੜਾ ਮਾਮਲਾ ਆਇਆ ਉਹਦੇ ਉੱਤੇ ਦਬਾਅ ਨੇ ਜਿਹੜੇ ਉਹਨਾਂ ਕਾਰਨ ਖੁੱਡੇ ਲਾਈਨ ਲਾਏ ਜਾ ਰਹੇ ਆ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਇਹ ਗੱਲ ਜਿਹੜੀ ਸੀ ਹਰ ਵਾਰ ਕਰਨੀ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਆਉਣ ਵਾਲੀਆਂ ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।